सत श्री अकाल सारिਆਂ ਨੂੰ जी। ਅੱਜ ਆਪਾਂ ਇੱਕ ਮਿਆਨ ਦੋ ਤਲਵਾਰਾਂ ਨਾਵਲ ਕਾਂਡ 9 ਨੂੰ ਪੜਾਂਗੇ। ਤਾਂ ਪਿਛਲੀ ਜਿਹੜੀ ਅਸੀਂ 8ਵੇਂ ਭਾਗ ਦੇ ਵਿੱਚ ਗੱਲ ਕੀਤੀ ਸੀ ਉਹਦੇ ਵਿੱਚ ਬੀਰੀ ਤੇ ਸੁਦਰਸ਼ਨ ਦੇ ਵਿਚਕਾਰ ਗੱਲ ਹੋਈ ਸੀ, ਕਿਉਂਕਿ ਸੁਦਰਸ਼ਨ ਅੱਜ ਕੱਲ੍ਹ ਇਨਕਲਾਬੀ ਲਿਟਰੇਚਰ ਪੜ੍ਹਦਾ ਹੈ ਅਤੇ ਜਿਹਦੇ ਕਰਕੇ ਮਤਲਬ ਉਹ ਘਰ ਲੇਟ ਆਉਂਦਾ। ਤਾਂ ਬੀਰੀ ਨੂੰ ਵੀ ਇਹ ਹੁੰਦਾ ਵੀ ਸੁਦਰਸ਼ਨ ਨੂੰ ਉਹ ਜਾਣ ਕੇ ਰਹੂਗੀ ਉਹ ਤੋਂ ਵੀ ਉਹਦਾ ਕੀ ਕਾਰਨ ਹੈ, ਵੀ ਉਹ ਅੱਜ ਕੱਲ੍ਹ ਮਤਲਬ ਕਿਤੇ ਕੋਈ ਗਲਤ ਕੰਮ ਦੇ ਵਿੱਚ ਤਾਂ ਨਹੀਂ ਫਸ ਗਿਆ ਹੈਗਾ, ਅਤੇ ਜਾਂ ਉਹ ਉਹਦੇ ਕੀ ਕਾਰਨ ਨੇ ਵੀ ਉਹ ਦੱਸਣਾ ਕਿਉਂ ਨਹੀਂ ਚਾਹੁੰਦਾ। ਤਾਂ ਉਹ ਪੂਰੀ ਕੋਸ਼ਿਸ਼ ਕਰਦੀ ਹੈ, ਪਰ ਬੀਰੀ ਨੂੰ ਜਿਹੜਾ ਸੁਦਰਸ਼ਨ ਤੋਂ ਕੋਈ ਉਹ ਸਹੀ ਜਵਾਬ ਨਹੀਂ ਮਿਲਦਾ। ਤਾਂ ਸੋ ਇਸ ਪਾਰਟ ਦੇ ਵਿੱਚ ਆਪਾਂ ਅੱਗੇ ਡਿਸਕਸ ਕਰਦੇ ਹਾਂ। ਇਹਦੇ ਵਿੱਚ ਜਦੋਂ ਸ਼ੁਰੂਆਤ ਹੁੰਦੀ ਹੈ, ਕਹਿੰਦੇ ਦਿਨ ਚੜ੍ਹਿਆ ਰਾਤ ਪਈ ਅਤੇ ਫਿਰ ਦੂਜਾ ਦਿਨ ਅਤੇ ਦੂਜੀ ਰਾਤ ਵੀ ਲੰਘ ਗਈ, ਪਰ ਸੁਦਰਸ਼ਨ ਮੁੜਿਆ ਨਹੀਂ ਸੀ। ਕਿਉਂਕਿ ਪਿਛਲੇ ਪਾਰਟ ਦੇ ਵਿੱਚ ਆਪਾਂ ਲਾਸਟ 'ਤੇ ਪੜ੍ਹਿਆ ਸੀ ਵੀ ਜਿਹੜਾ ਸੁਦਰਸ਼ਨ ਹੈ ਉਹ ਚਲਾ ਜਾਂਦਾ ਹੁੰਦਾ ਬੀਰੀ ਨੂੰ ਸਵੇਰੇ, ਜਦੋਂ ਕਹਿੰਦਾ ਹੁੰਦਾ ਵੀ ਮੈਨੂੰ ਪਰੌਠੇ ਲਾ ਦੇ ਅਤੇ ਚਾਹ ਬਣਾ ਦੇ ਅਤੇ ਮੈਂ ਸ਼ਾਮ ਤੱਕ ਆ ਜਾਊਂਗਾ। ਪਰ ਉਸ ਤੋਂ ਬਾਅਦ ਉਹ 2 ਦਿਨ ਹੋ ਗਏ, ਉਹ ਵਾਪਸ ਨਹੀਂ ਆਇਆ ਸੀ। ਤੀਜੇ ਦਿਨ ਜਦੋਂ ਵਾਪਸ ਆਉਂਦਾ ਅਤੇ ਬੀਰੀ ਨੂੰ ਜਦੋਂ ਸੁਦਰਸ਼ਨ ਨੂੰ ਦੇਖਦੀ ਹੈ ਉਹਨੂੰ ਐਵੇਂ ਲੱਗਦਾ ਹੈ ਵੀ ਜਿਵੇਂ ਉਹਦੇ ਸਰੀਰ ਦੇ ਵਿੱਚੋਂ 3 ਭਾਂ ਪੱਕੀ ਰੇਤ ਜਿਹੜੀ ਉਹਦੇ ਸਰੀਰ ਦੇ ਵਿੱਚੋਂ ਨਿਚੋੜ ਲਈ ਹੋਵੇ। ਫਿਰ ਉਹਨੂੰ ਇਹ ਵੀ ਹੁੰਦਾ ਕਿਉਂਕਿ ਬੀਰੀ ਬਹੁਤ ਜ਼ਿਆਦਾ ਉਦਾਸ ਹੁੰਦੀ ਹੈ। ਫਿਰ ਬੀਰੀ ਨੂੰ ਜਦੋਂ ਸੁਦਰਸ਼ਨ ਵਾਪਸ ਆਉਂਦਾ ਤਾਂ ਫਿਰ ਉਹਦੀ ਇੱਕ ਚਿੰਤਾ ਇਹ ਵੀ ਖਤਮ ਹੋ ਜਾਂਦੀ ਹੈ ਵੀ ਜੇ ਮਤਲਬ ਜੇ ਬਾਬਾ ਜੀ ਘਰੇ ਹੁੰਦੇ, ਜੇ ਸੁਦਰਸ਼ਨ ਦੇ ਜਿਹੜੇ ਪਿਤਾ ਜੀ ਹੈ ਜੇ ਉਹ ਘਰ ਹੁੰਦੇ ਤਾਂ ਪਤਾ ਨਹੀਂ ਕੀ ਹੋਣਾ ਸੀ। ਉਹਨਾਂ ਨੇ ਤਾਂ ਉਹਦੇ ਭਰਾ ਦੀ ਚਮੜੀ ਮਤਲਬ ਬਚਾਉਣ ਲਈ ਪਤਾ ਨਹੀਂ ਉਹਨੂੰ ਕੀ ਬਹਾਨੇ ਬਣਾਉਣੇ ਪੈਣੇ ਸੀ। ਤਾਂ ਉੱਥੇ ਬੀਰੀ ਨੂੰ ਇਹ ਹੁੰਦਾ ਵੀ ਸ਼ੁਕਰ ਹੈ ਵੀ ਜਿਹੜੇ ਬਾਬਾ ਜੀ ਵੀ ਘਰੇ ਨਹੀਂ ਹੈਗੇ। ਅਤੇ ਉਸ ਤੋਂ ਬਾਅਦ ਬੀਰੀ ਹੁਣ ਕਈ ਦਿਨਾਂ ਤੋਂ ਨਾਰਾਜ਼ ਹੁੰਦੀ ਹੈ ਅਤੇ ਉਹ ਕੋਈ ਜ਼ਿਆਦਾ ਉਹਨੂੰ ਬੁਲਾਉਂਦੀ ਵੀ ਨਹੀਂ ਹੈਗੀ। ਅਤੇ ਜਿਹੜੀ ਇਹ ਚੀਜ਼ ਹੁੰਦੀ ਹੈ ਸੁਦਰਸ਼ਨ ਨੂੰ ਬੜੀ ਮਤਲਬ ਉਹ ਲੱਗਦਾ, ਔਖਾ ਲੱਗਦਾ ਵੀ ਕਿਤੇ ਬੀਰੀ ਮੇਰੀ ਜਿਹੜੀ ਸ਼ਿਕਾਇਤ ਹੈ ਉਹ ਜਿਹੜਾ ਉਹਦਾ ਗੁੱਸਾ ਹੈ ਉਹ ਮੇਰੀ ਸ਼ਿਕਾਇਤ ਨਾ ਕਿਤੇ ਲਾ ਦੇ ਬਾਬਾ ਜੀ ਨੂੰ, ਅਤੇ ਮੈਨੂੰ ਹਰ ਹਾਲਤ ਦੇ ਵਿੱਚ ਉਹਨੂੰ ਮਨਾਉਣਾ ਚਾਹੀਦਾ। ਜਿਵੇਂ ਇੱਥੇ ਲਿਖਿਆ ਹੋਇਆ ਵੀ ਬੀਰੀ ਦਾ ਜਿਹੜਾ ਸੁਦਰਸ਼ਨ ਨਾਲ ਗੁੱਸਾ ਹੈ, ਗੁੱਸੇ ਦਾ ਕਾਰਨ ਇਹ ਹੀ ਹੈ ਕਿਉਂਕਿ ਸੁਦਰਸ਼ਨ ਉਹਨੂੰ ਸੱਚ ਨਹੀਂ ਦੱਸਦਾ ਹੈਗਾ। ਫਿਰ ਸੁਦਰਸ਼ਨ ਫੈਸਲਾ ਕਰਦਾ ਵੀ ਬੀਰੀ ਨੂੰ ਮਨਾਇਆ ਜਾਵੇ, ਵੀ ਇਹਨੂੰ ਹਰ ਹੀਲੇ ਜੇ ਮੈਂ ਮਨਾਊਂਗਾ ਤਾਂ ਫਿਰ ਹੀ ਜਿਹੜਾ ਸਾਰਾ ਕੁਝ ਸਹੀ ਹੋਊਗਾ। ਉਹ ਦਿਲ ਨਾਲ ਫੈਸਲਾ ਕਰਕੇ ਜਿਹੜਾ ਸੁਦਰਸ਼ਨ ਨੂੰ ਹੁੰਦਾ ਵੀ ਵੇਲ ਦੀ ਉਡੀਕ ਕਰਦਾ। ਉਦੋਂ ਬਾਅਦ ਜਦੋਂ ਉਹ ਰੋਟੀ ਖਾਂਦਾ ਤਾਂ ਬੀਰੀ ਉਹਦੇ ਨਾਲ ਕੋਈ ਗੱਲ ਸਾਂਝੀ ਨਹੀਂ ਕਰਦੀ ਹੈਗੀ। ਉਹਨਾਂ ਦੇ ਵਿਚਕਾਰ ਜਦੋਂ ਕਹਿੰਦੀ ਹੈ ਵੀ ਉਸ ਤੋਂ ਬਾਅਦ ਬੀਰੀ ਅਤੇ ਉਹਨਾਂ ਦੇ ਵਿੱਚ ਜਦੋਂ ਗੱਲ ਹੁੰਦੀ ਹੈ ਤਾਂ ਉਹ ਕਹਿੰਦੀ ਤੁਹਾਨੂੰ ਕੀ ਪਈ ਆ ਪਾਪਾ ਜੀ ਕਿਸੇ ਦੇ ਦੁੱਖ ਸੁੱਖ ਦੀ, ਮਤਲਬ ਫਿਰ ਕੀ ਹੋ ਗਿਆ, ਮਤਲਬ ਤੁਸੀਂ ਕੀ ਗੱਲ ਹੈ ਜਿਹੜੀ ਤੁਸੀਂ ਮੈਨੂੰ ਦੱਸਦੇ ਨਹੀਂ ਹੈਗੇ। ਬੀਰੀ ਡੁਸਕਣ ਲੱਗ ਜਾਂਦੀ ਹੈ, ਮਤਲਬ ਬੋਲਦੀ ਪਹਿਲਾਂ ਮਿੰਨਤਾਂ ਤਰਲੇ ਫਿਰ ਖਿਮਾ ਅਤੇ ਫਿਰ ਵੀਰ ਪਿਆਰ ਦੇ ਵਾਸਤੇ ਸਭੇ ਹਥਿਆਰ ਵਰਤ ਚੁੱਕਣ 'ਤੇ ਜਦ ਸੁਦਰਸ਼ਨ ਨੂੰ ਸਫਲਤਾ ਨਾ ਹੋਈ ਤਾਂ ਫਿਰ ਉਹਨੇ ਹਥਿਆਰ ਵਰਤਣ ਦੀ ਠਾਣ ਲਈ, ਜਿਹੜਾ ਉਹ ਕਿਸੇ ਵੀ ਹਾਲਤ ਵਿੱਚ ਨਹੀਂ ਸੀ ਵਰਤਣਾ ਚਾਹੁੰਦਾ। ਅੱਛਾ ਬੀਰੀ, ਉਹ ਬੋਲਿਆ, ਜੇ ਨਹੀਂ ਤਾਂ ਤੂੰ ਕਿਸੇ ਵੀ ਪਿੱਛੇ ਨਹੀਂ ਹਟਣਾ, ਦਾ ਭੇਦ ਖੋਲ੍ਹਣਾ ਹੀ ਪਊਗਾ ਤੇਰੇ ਅੱਗੇ। ਮਤਲਬ ਉਹਨੂੰ ਹੁੰਦਾ ਵੀ ਹੁਣ ਮੈਨੂੰ ਗੱਲ ਦੱਸਣੀ ਹੀ ਪਊਗੀ। ਉਸ ਤੋਂ ਬਾਅਦ ਉਹ ਬੀਰੀ ਨੇ ਵਿਰੋਧ ਕੀਤਾ ਅਤੇ ਉਹ ਕਹਿੰਦੀ ਹੈ ਵੀ ਜਿਹੜੀ ਗੱਲ ਨਹੀਂ ਤੁਸੀਂ ਦੱਸਣਾ ਚਾਹੁੰਦੇ ਬੇਸ਼ੱਕ ਨਾ ਦੱਸੋ, ਪਰ ਮੈਂ ਤੁਹਾਡਾ ਅਸੂਲ ਨਹੀਂ ਤੋੜੂੰਗੀ। ਤੂੰ ਇੰਨੀ ਸਖਤ ਨਾਰਾਜ਼ ਹੋ ਗਈ ਹੈ ਬੀਰੀ, ਪਹਿਲਾਂ ਹੈ ਸਾਂ ਪਰ ਹੁਣ ਨਹੀਂ। ਇਸ ਦਾ ਮਤਲਬ ਉਹ ਕਹਿੰਦੀ ਮੈਂ ਪਹਿਲਾਂ ਨਾਰਾਜ਼ ਸੀਗੀ ਹੁਣ ਨਹੀਂ ਹੈਗੀ। ਫਿਰ ਉਹ ਕਹਿੰਦਾ ਵੀ ਇਹਦਾ ਮਤਲਬ ਹੈ ਕਿ ਕੁਝ ਕੁ ਤੁਸਾਂ ਬਾਬਤ ਸੋਚਿਆ ਸੀ ਉਹ ਤਕਰੀਬਨ ਸੱਚ ਨਿਕਲਿਆ। ਕਹਿੰਦੇ ਕੀ? ਕਹਿੰਦੇ ਵੀ ਦਿਲ ਦਾ ਜਿਹੜਾ ਭੇਤ ਖੋਲ੍ਹਣ 'ਤੇ ਤੁਸੀਂ ਇਹਨਾਂ ਦਿਨਾਂ ਤੋਂ ਕਤਰਾ ਰਹੇ ਹੈਗੇ ਹੋ। ਬੀਰੀ ਉਹਨੂੰ ਦੱਸਦੀ ਹੈ, ਕਹਿੰਦੀ ਵੀ ਤੁਹਾਡੇ ਦੱਸਣ ਤੋਂ ਬਗੈਰ ਹੀ ਤੁਹਾਡਾ ਜਿਹੜਾ ਭੇਤ ਹੈ ਲਫ਼ਜ਼ ਹੈ ਉਹ ਸੁਣ ਕੇ ਮਤਲਬ ਕਿ ਮੈਨੂੰ ਪਤਾ ਹੈ, ਕਿਉਂਕਿ ਮੈਨੂੰ ਸੁਪਨੇ ਆਉਂਦੇ ਹੈ, ਮਤਲਬ ਮੈਨੂੰ ਇਹੋ ਜਿਹੇ ਸੁਪਨੇ ਆਉਂਦੇ ਆ, ਮੈਨੂੰ ਪਤਾ ਲੱਗ ਜਾਂਦਾ ਹੈ ਵੀ ਤੁਸੀਂ ਕੀ ਕਰਦੇ ਹੋ। ਠੀਕ ਹੈ। ਫਿਰ ਉਹ ਕਹਿੰਦਾ ਸੁਦਰਸ਼ਨ ਸ਼ਰਮਿੰਦਾ ਹੋ ਕੇ ਕਹਿੰਦਾ ਵੀ ਇਹ ਸਭ ਤੂੰ ਜਾਣਦੀ ਹੈ ਵੀ ਪਰ ਮੇਰੇ ਭੇਦ ਦੇ ਮੁਕਾਬਲੇ ਵਿੱਚ ਤੇਰਾ ਕੋਈ ਵੀ ਵਕਤ ਨਹੀਂ ਰੱਖਦੇ। ਫਿਰ ਨਿੰਦਾ ਮਰਜ਼ੀ ਨਹੀਂ, ਬੜੀ ਸਖਤੀ ਦੀ ਪਾਬੰਦੀ ਹੈ ਮੇਰੇ ਉੱਤੇ। ਉਹ ਕਹਿੰਦਾ ਵੀ ਮੇਰੇ 'ਤੇ ਨਾ ਬਹੁਤ ਕੋਈ ਸਖਤੀ ਹੈ ਜਿਹਦੇ ਕਰਕੇ ਮੈਂ ਤੈਨੂੰ ਨਹੀਂ ਦੱਸ ਸਕਦਾ। ਉਹ ਕਹਿੰਦੇ ਰਹਿਣ ਵੀ ਦਿਓ ਪਾਪਾ ਜੀ, ਬੀਰੀ ਤਲਖੀ ਵਿੱਚ ਬੋਲੀ, ਬੜੀ ਸਖਤੀ ਕਿਸਮ ਦੀ ਪਾਬੰਦੀ ਲਾਈ ਹੈ ਤੁਹਾਡੇ ਉੱਤੇ। ਖੈਰ ਪਾਬੰਦੀ ਲਾਉਣੀ ਜ਼ਰੂਰੀ ਵੀ ਹੈ, ਪਰ ਦਿਲਾਂ ਦੇ ਕੱਚੇ ਕਈ ਆਦਮੀ ਵਕਤ ਪੈਣ 'ਤੇ ਕਾਇਰ ਸਾਬਤ ਹੁੰਦੇ ਆ। ਕਹਿੰਦੀ ਪਰ ਇਸ ਬੀਰੀ ਪਾਸੋਂ ਇਹੋ ਜਿਹੀ ਉਮੀਦ ਕਰੇ ਮੈਂ ਕਦੀ ਵੀ ਉਸ ਨੂੰ ਮਾफ़ ਨਹੀਂ ਕਰ ਸਕਦੀ, ਭਾਵੇਂ ਉਹ ਮੇਰਾ ਸਕਾ ਭਰਾ ਹੀ ਕਿਉਂ ਨਾ ਹੋਵੇ। ਮਤਲਬ ਉਹ ਕਹਿੰਦੀ ਵੀ ਜੇ ਤੁਹਾਡੇ 'ਤੇ ਸਖਤੀ ਲਾਈ ਹੈ ਤਾਂ ਮਤਲਬ ਤੁਸੀਂ ਉਸ ਚੀਜ਼ ਨੂੰ ਫਿਰ ਤੁਸੀਂ ਕੱਚੇ ਖਿਲਾੜੀ ਵੀ ਨਹੀਂ ਬਣਨਾ ਹੈਗਾ, ਕਿਉਂਕਿ ਫਿਰ ਜੇ ਤੁਸੀਂ ਕੋਈ ਇਹੋ ਜਿਹਾ ਕੰਮ ਕਰੋਗੇ ਤਾਂ ਮੈਂ ਤੁਹਾਨੂੰ ਮਾफ़ ਨਹੀਂ ਕਰੂੰਗੀ। ਸੁਦਰਸ਼ਨ ਕਹਿੰਦੇ ਅੱਖਾਂ ਫਲਾਈ ਇੰਝ ਉਸ ਵੱਲ ਤੱਕ ਰਿਹਾ ਸੀ ਜਿਵੇਂ ਉਹਦੀ ਛੋਟੀ ਭੈਣ ਨਹੀਂ ਹੈਗੀ, ਕੋਈ ਵੱਡਾ ਵਡੇਰੀ ਬੋਲ ਰਹੀ ਹੋਵੇ। ਉਹ ਕਹਿੰਦੀ ਪਹਿਲਾਂ ਵੀ ਅਕਸਰ ਐਸਾ ਹੀ ਹੁੰਦਾ ਸੀ। ਜਲਾਲ ਵਿੱਚ ਆ ਕੇ ਕਦੇ ਕਦੇ ਬੀਰੀ ਉਸਨੂੰ ਖਰੀਆਂ ਖਰੀਆਂ ਸੁਣਾਇਆ ਕਰਦੀ ਸੀਗੀ।
ਤੇ ਉਸ ਤੋਂ ਬਾਅਦ ਕੀ ਜਵਾਬ ਸੀ। ਬੀਰੀ ਉਸੇ ਮਤਲਬ ਜਿਹੜੇ ਭਖ ਦੇ ਰੋਹ ਵਿੱਚ ਕਹਿ ਰਹੀ ਸੀ, ਲਓ ਹੁਣ ਸੁਣ ਲਓ, ਤੁਸੀਂ ਅੱਜ ਕੱਲ੍ਹ ਕਿਹੜੇ ਪਾਣੀਆਂ ਵਿੱਚ ਤਰ ਰਹੀ ਹੋ ਦੱਸਾਂ? ਨਹੀਂ ਨਹੀਂ, ਹੱਥ ਦੇ ਇਸ਼ਾਰੇ ਨਾਲ ਉਸ ਨੂੰ ਰੋਕਦਾ ਹੋਇਆ ਉਹ ਬੋਲਿਆ, ਤੇਰੇ ਅੰਤਰਜਾਮੀ ਹੋਣ ਵਿੱਚ ਪਹਿਲਾਂ ਜੇ ਕਸਰ ਵੀ ਸੀ ਤਾਂ ਉਹ ਪੂਰੀ ਹੋ ਗਈ। ਕਹਿੰਦੀ ਪੂਰੀ ਹੋ ਗਈ ਜਾਂ ਨਹੀਂ? ਬੀਰੀ ਦਾ ਜਿਹੜਾ ਸ਼ਿਕਵਾ ਹੈ ਅਜੇ ਖਤਮ ਨਹੀਂ ਸੀ ਹੋਇਆ। ਪਰ ਤੁਸਾਂ ਇਹ ਕੀ ਕੀਤਾ, ਇਕੱਲੇ ਇਕੱਲੇ ਲਾਗੇ ਬੁੱਕਲ ਵਿੱਚ ਰੋੜੀ ਭੰਨਣ? ਜੋ ਕੁਝ ਕਰਨ ਨੂੰ ਤੁਹਾਡਾ ਦਿਲ ਕਰਦਾ ਸੀ ਤੁਹਾਨੂੰ ਕੀ ਪਤਾ ਸੀ? ਮਤਲਬ ਉਹ ਕਹਿੰਦੀ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਉਹ ਕਰਨ ਲਈ ਮੇਰਾ ਦਿਲ ਤੁਸਾਂ ਨਾਲੋਂ ਵੀ ਕਾਹਲਾ ਹੋਵੇ। ਉਹ ਕਹਿੰਦੀ ਕੀ ਪਤਾ ਮੈਂ ਜਿਹੜੇ ਕੰਮ ਲਈ ਤੁਸੀਂ ਫਿਰਦੇ ਹੋ ਵੀ ਮੈਂ ਵੀ ਉਹ ਚੀਜ਼ ਕਰਨਾ ਚਾਹੁੰਦੀ ਹੋਵਾਂ, ਕਿਉਂਕਿ ਜਿਹੜੀ ਬੀਰੀ ਹੈ ਬਹੁਤ ਬਹਾਦਰ ਕੁੜੀ ਹੈ। ਉਹ ਕਹਿੰਦਾ ਮੈਂ ਜਾਣਨਾ ਬੀਰੀ, ਮਤਲਬ ਸੁਦਰਸ਼ਨ ਆਪਣੇ ਉੱਤੇ ਲਾਏ ਦੋਸ਼ਾਂ ਦੀ ਸਫਾਈ ਦੇ ਰਿਹਾ ਸੀ ਇੱਥੇ। ਅਤੇ ਉਹ ਕਹਿੰਦਾ ਤੇਰਾ ਦਿਲ ਵੀ ਅਤੇ ਤੇਰਾ ਜਿਸਮ ਵੀ ਆਮ ਕੁੜੀਆਂ ਵਾਂਗ ਨਹੀਂ ਹੈਗਾ, ਇਹ ਬਹੁਤ ਮਜ਼ਬੂਤ ਹੈ। ਅਤੇ ਜੇ ਲੜਕੀਆਂ ਭਾਵੁਕ ਹੁੰਦੀਆਂ ਪਰ ਤੇਰੇ ਵਿੱਚ ਉਹ ਚੀਜ਼ਾਂ ਨਹੀਂ ਹੈਗੀਆਂ। ਤੂੰ ਭਾਵੁਕ ਜ਼ਰੂਰ ਹੈਗੀ ਹੈ ਪਰ ਤੂੰ ਇੱਕ ਮਤਲਬ ਬਹੁਤ ਜ਼ਿਆਦਾ ਜਿਹੜੀ ਮਜ਼ਬੂਤ ਦਿਲ ਦੀ ਕੁੜੀ ਹੈ। ਕੀ ਐਵੇਂ ਭਾਵੁਕ ਲਾਈ ਹੈ? ਉਹ ਕਹਿੰਦੀ ਹੈ ਵੀ ਪਾਪਾ ਜੀ, ਬੀਰੀ ਜਿਵੇਂ ਮੂੰਹ ਚੜਾਉਂਦੀ ਹੋਈ ਬੋਲੀ, ਕਹਿੰਦੀ ਕੁੜੀਆਂ ਦੇ ਮੁਕਾਬਲੇ ਵਿੱਚ ਮੁੰਡਿਆਂ ਨੂੰ ਕੋਈ ਸਿਰਖਾਬ ਦੇ ਖੰਭ ਨਹੀਂ ਲੱਗੇ ਹੁੰਦੇ, ਵਕਤ ਪੈਣ 'ਤੇ ਪਤਾ ਲੱਗ ਜਾਂਦਾ। ਕਹਿੰਦੀ ਕੌਣ ਭਾਵੁਕ ਹੁੰਦਾ ਅਤੇ ਕੌਣ ਘੱਟ। ਉਹ ਕਹਿੰਦੀ ਗੁੱਸਾ ਨਾ ਕਰਨਾ, ਔਰਤ ਜਾਤ ਅਤੇ ਨਿਸ਼ਚੇ ਵਿੱਚ ਅਜਿਹੀ ਗੱਲ ਇੱਕ ਵਾਰੀ ਸਮਾ ਜਾਵੇ ਮੁੜ ਬ੍ਰਹਮਾ ਵਿਸ਼ਨੂੰ ਵੀ ਨਹੀਂ ਕੱਢ ਸਕਦਾ। ਉਹ ਕਹਿੰਦੀ ਵੀ ਜੇ ਮਤਲਬ ਮਰਦ ਜਾਂ ਜਿਹੜੇ ਪੁਰਸ਼ ਆ ਉਹ ਹੀ ਕੰਮ ਕਰ ਸਕਦੇ ਆ, ਵੀ ਜ਼ਰੂਰੀ ਨਹੀਂ ਵੀ ਔਰਤਾਂ ਵੀ ਮਤਲਬ ਮੋਢੇ ਨਾਲ ਮੋਢਾ ਜੋੜ ਕੇ ਚੱਲ ਸਕਦੀਆਂ। ਫਿਰ ਉਹ ਕਹਿੰਦੀ ਉਹਦੇ ਜਵਾਬ ਦੇ ਵਿੱਚ ਜਿਹੜਾ ਸੁਦਰਸ਼ਨ ਕੁਝ ਨਹੀਂ ਬੋਲਦਾ, ਸੋਚਾਂ ਵਿੱਚ ਉਹ ਕਹਿੰਦੇ ਵੀ ਆਪਦੇ ਭਰਾ ਦੇ ਮਤਲਬ ਕਿ ਉਹਦਾ ਜਿਹੜਾ ਭਰਾ ਉਹਦੇ ਜ਼ੁਬਾਨ 'ਤੇ ਕੋਈ ਗੱਲ ਹੀ ਨਹੀਂ ਆਉਂਦੀ। ਅਤੇ ਬੀਰੀ ਹੱਸ ਪੈਂਦੀ ਹੈ, ਕਹਿੰਦੀ ਤੁਸੀਂ ਬੜੇ ਭਾਵੁਕ ਹੋ। ਉਸ ਤੋਂ ਬਾਅਦ ਜਿਹੜਾ ਸੁਦਰਸ਼ਨ ਹੈ ਉਹ ਕਹਿੰਦਾ ਹਾਂ ਮੈਂ ਤਾਂ ਭਾਵੁਕ ਹੈ ਜਾਂ ਨਹੀਂ, ਇਸ ਸਵਾਲ ਨੂੰ ਹਾਲ ਰਹਿਣ ਦੇ ਬੀਰੀ, ਮੈਂ ਇਸ ਵੇਲੇ ਤੇਰੀ ਭਾਵੁਕਤਾ ਬਾਰੇ ਸੋਚ ਰਿਹਾ, ਮੇਰੀ ਭਾਵੁਕਤਾ ਬਾਰੇ। ਉਹ ਕਹਿੰਦਾ ਹਾਂ ਦੱਸੋ ਵੀਰੇ। ਕਹਿੰਦੀ ਗੁੱਸਾ ਤਾਂ ਫਿਰ ਨਹੀਂ ਕਰੇਂਗੀ? ਉਹ ਕਹਿੰਦਾ ਤੂੰ ਗੁੱਸਾ ਤਾਂ ਨਹੀਂ ਕਰਦੀ? ਕਹਿੰਦੀ ਮੈਨੂੰ ਇਹ ਦੱਸ, ਮਤਲਬ ਉਹ ਕਹਿੰਦਾ ਵੀ ਜੇ ਤੂੰ ਗੁੱਸਾ ਕੀਤਾ ਜਾਂ ਤੂੰ ਸੰਗਦੀ ਤਾਂ ਨਹੀਂ ਹੈਗੀ? ਉਹ ਕਹਿੰਦੀ ਵੀ ਸੁਦਰਸ਼ਨ ਮੁਸਕਰਾਉਂਦਾ ਇਹ ਗੱਲ ਕਹਿ ਕੇ, ਕਹਿੰਦਾ ਕਿਹੀ ਢਾਡੀ ਕੁੜੀ ਨਾਲ ਵਾਹ ਪੈ ਗਿਆ, ਲੈ ਫਿਰ ਸੁਣਾ ਜੇ ਖਹਿੜਾ ਨਹੀਂ ਛੱਡਦੀ ਤਾਂ। ਬੀਰੀ ਸੱਚ ਦੱਸ, ਇੱਕ ਨੌਜਵਾਨ ਨੂੰ ਪਿਆਰ, ਅਤੇ ਉਹ ਬੋਲਦਾ ਰੁਕ ਗਿਆ। ਮਤਲਬ ਬੀਰੀ ਨੂੰ ਪੁੱਛਦਾ ਵੀ ਤੂੰ ਕਿਸੇ ਨੌਜਵਾਨ ਨੂੰ ਪਿਆਰ, ਉਹ ਤੋਂ ਬਾਅਦ ਉਹ ਕੁਛ ਨਹੀਂ ਬੋਲਦਾ। ਬੀਰੀ ਫਿਰ ਕਹਿੰਦੇ ਨੀਚੇ ਹੋ ਕੇ ਕਹਿੰਦੀ ਹੈ ਜਿਵੇਂ ਅਸਲੋਂ ਹੀ ਕੋਈ ਨਿਗੂਣੀ ਗੱਲ ਹੋਵੇ, ਮੈਂ ਸਮਝ ਗਈ ਤੁਹਾਡਾ ਮਤਲਬ ਕਰਤਾਰ ਸਿੰਘ ਸਰਾਭਾ ਹੈ ਸ਼ਾਇਦ, ਇਹ ਗੱਲ ਤੁਹਾਨੂੰ ਪਿਆ। ਉਹ ਕਹਿੰਦੀ ਵੀ ਤੁਹਾਨੂੰ ਇਹ ਮੇਰੀ ਕਾਪੀ 'ਤੇ ਤੁਸੀਂ ਫੋਟੋ ਦੇਖੀ ਹੈ ਉਹਦੀ? ਅਤੇ ਉਸ ਤੋਂ ਬਾਅਦ ਬੇਸ਼ੱਕ ਸੁਦਰਸ਼ਨ ਨੇ ਢਿੱਲੀ ਜਿਹੀ ਆਵਾਜ਼ 'ਚ ਕਿਹਾ, ਅਤੇ ਨਾਲੇ ਇਹ ਵੇਖ ਕੇ ਵੀ ਇਸ ਬਾਰੇ ਕੋਈ ਜ਼ਿਕਰ ਛੇੜਦੀ ਹੈ, ਤੇਰਾ ਚਿਹਰਾ ਖੁਦ ਦੱਸ ਰਿਹਾ ਹੈ। ਹਾਂ ਪਰ ਪਾਪਾ ਜੀ, ਬੀਰੀ ਉਸ ਸਮੇਂ ਜਿਹੜੀ ਸਧਾਰਨ ਭਾਸ਼ਾ ਵਿੱਚ ਬੋਲੀ, ਤੁਸੀਂ ਇੰਝ ਰੋਕ ਕੇ ਕਿਉਂ ਬੋਲਦੇ ਹੋ? ਗੱਲ ਬੜੀ ਆਮ ਜਿਹੀ ਹੈ ਅਤੇ ਸੱਚੀ ਵੀ ਹੈ, ਕਿਉਂਕਿ ਜਿਹੜੀ ਬੀਰੀ ਹੁੰਦੀ ਹੈ ਉਹ ਕਰਤਾਰ ਸਿੰਘ ਸਰਾਭੇ ਨੂੰ ਬਹੁਤ ਪਸੰਦ ਕਰਦੀ ਹੁੰਦੀ ਹੈ, ਅਤੇ ਜਿਹੜੀਆਂ ਵੀ ਉਹ ਰਚਨਾਵਾਂ ਪੜ੍ਹਦੀ ਉਹਦੇ ਵਿੱਚ ਉਹ ਮਤਲਬ ਉਹਦੀ ਫੋਟੋ ਲਾ ਕੇ ਰੱਖਦੀ ਹੈ। ਤਾਂ ਉੱਥੇ ਫਿਰ ਸੁਦਰਸ਼ਨ ਕਹਿੰਦਾ ਵੀ ਮਤਲਬ ਉਹ ਪੁੱਛਦਾ ਵੀ ਤੂੰ ਉਹਨੂੰ ਪਿਆਰ ਕਰਦੀ? ਉਹ ਕਹਿੰਦੀ ਵੀ ਇਹ ਤਾਂ ਤੁਹਾਨੂੰ ਪਤਾ ਮੈਂ ਉਹਨੂੰ ਪਿਆਰ ਕਰਦੀ ਹਾਂ, ਪਰ ਮੈਂ ਉਹਦੀ ਸ਼ਕਲ ਨਹੀਂ ਦੇਖੀ, ਉਸਦੀ ਫੋਟੋ ਅਤੇ ਉਸਦੀਆਂ ਕਵਿਤਾਵਾਂ। ਪਰ ਇਹ ਗੱਲ ਪਹਿਲਾਂ ਮੈਨੂੰ ਦੱਸ ਦਿਓ ਕਿ ਤੁਹਾਡੇ ਖਿਆਲ ਵਿੱਚ ਪਿਆਰ ਅਤੇ ਭਾਵੁਕਤਾ ਇੱਕੋ ਚੀਜ਼ ਦਾ ਨਾਂ ਹੈ? ਉਹ ਕਹਿੰਦਾ ਵੀ ਮੇਰਾ ਤਾਂ ਖਿਆਲ ਹੈ ਬੀਰੀ। ਸੁਦਰਸ਼ਨ ਨੇ ਜਰਾ ਝੋਪ ਕੇ ਜਿਹੜਾ ਜਵਾਬ ਦਿੱਤਾ, ਅਤੇ ਬੀਰੀ ਇੱਕੋਦਮ ਜਿਹੜੀ ਮਤਲਬ ਚੁੱਪ ਕਰ ਗਈ। ਫਿਰ ਤਾਂ ਮੈਂ ਕਹਾਂਗੀ ਤੁਸੀਂ ਅਤੇ ਤੁਹਾਡੀ ਪਾਰਟੀ ਵਾਲੇ ਸਾਰੇ ਹੀ ਭਾਵੁਕ ਹੋ ਜਿਹੜੇ ਆਪਣੇ ਵਤਨ ਨਾਲ ਐਡਾ ਪਿਆਰ ਕਰਦੇ ਹੋ। ਜਵਾਬ ਵਿੱਚ ਜਿਹੜਾ ਸੁਦਰਸ਼ਨ ਹੁੰਦਾ ਜੱਕੋ ਤੱਕੀ ਕਰ ਰਿਹਾ ਸੀ। ਕਹਿੰਦੇ ਬੀਰੀ ਨੇ ਆਪਣੇ ਸਿਧਾਂਤ ਦੀ ਵਿਆਖਿਆ ਕੀਤੀ। ਉਹ ਕਹਿੰਦੀ ਹੈ ਮੈਂ ਮੰਨਦੀ ਹਾਂ ਪਾਪਾ ਜੀ, ਪਿਆਰ ਵਿੱਚ ਭਾਵੁਕਤਾ ਜ਼ਰੂਰ ਹੁੰਦੀ ਹੈ, ਪਰ ਪਿਆਰ ਨੂੰ ਭਾਵੁਕਤਾ ਨਹੀਂ ਕਿਹਾ ਜਾ ਸਕਦਾ। ਜਿਵੇਂ ਸਬਜ਼ੀ ਵਿੱਚ ਉਹ ਕਹਿੰਦੀ ਨੂਨ ਦਾ ਹੋਣਾ ਜ਼ਰੂਰੀ ਹੈ, ਉਸੇ ਤਰ੍ਹਾਂ ਜਿਹੜੀ ਨੂਨ ਨੂੰ ਵੀ ਸਬਜ਼ੀ ਮਤਲਬ ਕਿ ਨਹੀਂ ਸਮਝਣਾ ਚਾਹੀਦਾ, ਨਿਰੇ ਨੂਨ ਨੂੰ ਵੀ ਉਹ ਕਹਿੰਦੇ ਸਬਜ਼ੀ ਨਹੀਂ ਸਮਝਣਾ ਚਾਹੀਦਾ। ਕਹਿੰਦੀ ਹੁਣ ਸੁਣੋ ਮੇਰੇ ਪਿਆਰ ਦੀ ਗੱਲ, ਜਿਸ ਨੂੰ ਤੁਸੀਂ ਭਾਵੁਕਤਾ ਦਾ ਨਾਂ ਦੇ ਰਹੇ ਹੋ, ਉਹ ਮੈਂ ਜਿਸ ਕਵਿਤਾ ਦਾ ਜ਼ਿਕਰ ਕੀਤਾ ਹੈ, ਜਿਸ ਬਦਲੇ ਬਾਪੂ ਜੀ ਦੀ ਕੁੱਟ ਪਈ ਸੀ, ਪਤਾ ਉਹ ਕਿਹੜੀ ਕਵਿਤਾ ਸੀ? ਖਿਆਲ ਨਹੀਂ ਰਿਹਾ ਬੀਰੀ। ਉਹੀ ਪਾਪਾ ਜੀ, ਖਾ ਗਿਆ ਮੁਲਕ ਲੁੱਟ ਕੇ ਫਰੰਗੀਆਂ ਵਾਲੀ, ਜਿਸ ਬਾਰੇ ਤੁਸੀਂ ਹੀ ਦੱਸਿਆ ਸੀ। ਇਹ ਕਰਤਾਰ ਸਿੰਘ ਸਰਾਭੇ ਦੀ ਲਿਖੀ ਹੋਈ ਹੈ। ਬਸ ਇਹੀ ਪਹਿਲੀ ਚੀਜ਼ ਸੀ ਜਿਸ ਵਿੱਚ ਕਰਤਾਰ ਸਿੰਘ ਦੀ ਮੋਹਰ ਛਾਪ ਮੇਰੇ ਦਿਲ ਉੱਤੇ ਲਾਈ ਸੀ। ਦਿਲ ਨੂੰ ਛੇਤੀ ਯਕੀਨ ਨਹੀਂ ਆਉਂਦਾ, 19-20 ਵਰ੍ਹਿਆਂ ਦਾ ਕੋਈ ਮੁੰਡਾ ਵਤਨ ਦੇ ਪਿਆਰ ਵਿੱਚ ਇੰਨਾ ਦੀਵਾਨਾ ਹੋ ਸਕਦਾ ਹੈ? ਸੱਚ ਪੁੱਛੋ
ਤਾਂ ਉਸੇ ਕਵਿਤਾ ਨੂੰ ਪੜ੍ਹ ਕੇ ਮੇਰਾ ਦਿਲ ਉਸ ਥਾਂ ਬਣਿਆ ਸੀ। ਉਦੋਂ ਤੋਂ ਮੇਰੇ ਅੰਦਰ ਕਈ ਕਿਸਮ ਦੇ ਵਲਵਲੇ ਉੱਠਣ ਲੱਗ ਪਏ। ਮਤਲਬ ਇੱਥੇ ਜਿਹੜੀ ਸੁਦਰਸ਼ਨ ਅਤੇ ਬੀਰੀ ਦੇ ਵਿਚਕਾਰ ਕਰਤਾਰ ਸਿੰਘ ਸਰਾਭੇ ਦਾ ਜਿਹੜਾ ਲਿਟਰੇਚਰ ਪੜ੍ਹਦੇ ਆ ਉਹਦੇ ਨਾਲ ਸੰਬੰਧਿਤ ਗੱਲਾਂ ਹੋ ਰਹੀਆਂ, ਕਿਉਂਕਿ ਉਸ ਟਾਈਮ ਜਿਹੜੇ ਹਾਲਾਤ ਨੇ, ਮਤਲਬ ਜੋ ਅੰਗਰੇਜ਼ੀ ਸਰਕਾਰ ਹਕੂਮਤ ਨੇ ਜਿਹੜਾ ਮਤਲਬ ਦਬਦਬਾ ਪਾਇਆ ਹੋਇਆ, ਅਤੇ ਉੱਥੇ ਕਰਤਾਰ ਸਿੰਘ ਸਰਾਭਾ ਉਹ ਨੌਜਵਾਨ ਹੈ ਜਿਹੜਾ ਆਪਣੇ ਦੇਸ਼ ਨਾਲ ਬਹੁਤ ਪਿਆਰ ਕਰਦਾ ਅਤੇ ਜਿਨ੍ਹਾਂ ਨੂੰ ਸੁਦਰਸ਼ਨ ਅਤੇ ਬੀਰੀ ਬਹੁਤ ਪਸੰਦ ਕਰਦੇ, ਅਤੇ ਈਵਨ ਕਿ ਜਿਹੜੀ ਬੀਰੀ ਆ ਉਹਨੂੰ ਬਹੁਤ ਪਿਆਰ ਕਰਦੀ ਆ। ਵਤਨ ਲਈ ਕੁਝ ਕਰ ਸਕਣ ਦੇ ਬੀਰੀ ਚੜ੍ਹਦੇ ਉਤਸ਼ਾਹ ਵਿੱਚ ਕਹਿ ਰਹੀ ਸੀ, ਇਹੋ ਘੜੀ ਮੁੜੀ ਦਿਨ ਆ ਜੇ, ਸਰਾਭੇ ਦੀ ਉਮਰ ਦੇ ਮੁੰਡੇ ਜੇ ਵਤਨ ਲਈ ਇੰਨਾ ਤਿਆਗ ਕਰ ਸਕਦੇ ਤਾਂ ਕੀ ਵਜ੍ਹਾ ਮੇਰੇ ਵਰਗੀਆਂ ਕੁੜੀਆਂ ਕੁਝ ਨਹੀਂ ਕਰ ਸਕਦੀਆਂ। ਇੱਥੇ ਜਦੋਂ ਸੁਦਰਸ਼ਨ ਦੱਸਦਾ ਹੁੰਦਾ ਨਾ ਵੀ ਬੀਰੀ ਤੂੰ ਉਹਨੂੰ ਪਿਆਰ ਕਰਦੀ ਆ, ਤੂੰ ਭਾਵੁਕ ਤਾਂ ਨਹੀਂ ਹੋ ਜਾਏਗੀ, ਕਿਉਂਕਿ ਜਿਹੜਾ ਸੁਦਰਸ਼ਨ ਹੁੰਦਾ ਨਾ ਇਹਨਾਂ ਦਿਨਾਂ ਦੇ ਵਿੱਚ ਉਹ ਕੋਈ ਕ੍ਰਾਂਤੀਕਾਰੀ ਜਿਹੜੇ ਬਾਹਰ ਕੋਈ ਲਹਿਰ ਚੱਲ ਰਹੀ ਹੈਗੀ ਉਹਨਾਂ ਦੇ ਨਾਲ ਜੁੜਿਆ ਹੋਇਆ, ਅਤੇ ਉਹ ਜਦੋਂ ਬੀਰੀ ਨੂੰ ਦੱਸਦਾ ਤਾਂ ਉੱਥੇ ਬੀਰੀ ਕਹਿੰਦੀ ਵੀ ਪਿਆਰ ਦੇ ਵਿੱਚ ਭਾਵੁਕਤਾ ਨਹੀਂ ਹੁੰਦੀ, ਠੀਕ ਹੈ, ਵੀ ਭਾਵੁਕ ਹੋ ਕੇ ਮੈਂ ਕੋਈ ਆਪਦੇ ਦੇਸ਼ ਦੇ ਲਈ ਥੋੜ੍ਹਾ ਪਿੱਛੋਂ ਹਟ ਜੂੰਗੀ, ਮੇਰੇ ਲਈ ਉਹ ਦੇਸ਼ ਪਹਿਲਾਂ ਹੈ। ਉਹ ਕਹਿੰਦੀ ਜੇਕਰ ਤਾਰ ਸਿੰਘ ਸਰਾਭੇ ਵਰਗੇ ਨੌਜਵਾਨ ਨਾਲ ਦੇ ਹੋਰ ਮੁੰਡੇ ਐਵੇਂ ਦੇ ਉਹ ਕਰ ਸਕਦੇ ਆ, ਆਪਦੀ ਜਾਨ ਦੇ ਸਕਦੇ ਆ, ਤਾਂ ਮੇਰੇ ਵਰਗੀਆਂ ਕੁੜੀਆਂ ਵੀ ਬਹੁਤ ਕੁਛ ਕਰ ਸਕਦੀਆਂ। ਕਹਿੰਦੀ ਮੇਰਾ ਬੜੀ ਵਾਰੀ ਦਿਲ ਕਰਿਆ ਕਿ ਉਹਨੂੰ ਇੱਕ ਚਿੱਠੀ ਲਿਖਾਂ ਅਤੇ ਪੁੱਛ ਘੱਲਾਂ ਮੈਂ ਵੀ ਵਤਨ ਦੇ ਲਈ ਕੰਮ ਆ ਸਕਦੀ ਹਾਂ। ਕਈ ਵਾਰੀ ਹੱਥੋਂ ਦਾ ਪਤਾ ਟਿਕਾਣਾ ਪੁੱਛਣਾ ਚਾਹੀਦਾ ਪਰ ਪੁੱਛ ਨਾ ਸਕੀ। ਕਹਿੰਦੀ ਮੈਂ ਕਈ ਵਾਰ ਤੁਹਾਨੂੰ ਕੋਸ਼ਿਸ਼ ਕਰਦੀ ਹਾਂ ਵੀ ਪੁੱਛਾਂ ਵੀ ਕਰਤਾਰ ਸਿੰਘ ਸਰਾਭਾ ਦਾ ਕੀ ਟਿਕਾਣਾ, ਕੀ ਪਤਾ, ਵੀ ਮੈਂ ਉਹਨੂੰ ਮਤਲਬ ਇੱਕ ਚਿੱਠੀ ਪਾਵਾਂ ਅਤੇ ਉਹਦੇ ਵਿੱਚ ਲਿਖਾਂ ਵੀ ਜਿਸ ਤਰੀਕੇ ਨਾਲ ਤੁਸੀਂ ਦੇਸ਼ ਦੀ ਸੇਵਾ ਕਰ ਰਹੇ ਹੈਗੇ ਹੋ, ਕੁਰਬਾਨੀਆਂ ਦੇਣ ਲਈ ਤਿਆਰ ਬੈਠੇ ਹੋ, ਅਤੇ ਮੈਂ ਵੀ ਕੁਛ ਕਰ ਸਕਦੀ ਹਾਂ। ਕਹਿੰਦੇ ਸੁਦਰਸ਼ਨ ਨੇ ਅੱਖਾਂ ਤਾਂ ਕਰਕੇ ਬੀਰੀ ਵੱਲ ਤੱਕਿਆ, ਪਰ 2 ਕੁ ਸਕਿੰਟਾਂ ਤੋਂ ਵੱਧ ਉਹਦੀ ਨਜ਼ਰ ਟਿਕ ਨਾ ਸਕੀ, ਉਹਨੇ ਨੀਵੀਂ ਪਾ ਲਈ, ਠੀਕ ਹੈ। ਉਸ ਤੋਂ ਬਾਅਦ ਉਹਨਾਂ ਦੇ ਵਿਚਕਾਰ ਉਵੇਂ ਗੱਲ ਚੱਲਦੀ ਰਹੀ। ਉਸ ਤੋਂ ਬਾਅਦ ਉਹ ਕਹਿੰਦਾ ਤੂੰ ਪਿਛਲੇ ਹਫ਼ਤੇ ਕੋਈ ਅਖਬਾਰ ਨਹੀਂ ਪੜ੍ਹਿਆ ਬੀਰੀ? ਨਹੀਂ, ਫੌਜੀ ਅਖਬਾਰ ਆਇਆ ਹੀ ਨਹੀਂ। ਤਾਈਓ ਤਾਂ ਕਹਿੰਦੀ ਤੈਨੂੰ ਮਤਲਬ ਕਿਸੇ ਗੱਲ ਮਤਲਬ ਫਿਰ ਤਾਂ ਤੁਹਾਨੂੰ ਪੱਕਾ ਸਾਰੀ ਗੱਲ ਹੀ ਪਤਾ ਲੱਗ ਜਾਣੀ ਸੀ। ਅਤੇ ਉਦੋਂ ਬਾਅਦ ਜਿਹੜਾ ਸੁਦਰਸ਼ਨ ਹੈ ਉਹਨੇ ਸੁਣਾਉਣਾ ਸ਼ੁਰੂ ਕਰਤਾ, ਕਹਿੰਦਾ ਜਿਸ ਤਰ੍ਹਾਂ ਗਦਰ ਪਾਰਟੀ ਦਾ ਬਣਿਆ ਬਣਾਇਆ ਖੇਡ ਵਿਗੜ ਚੁੱਕਿਆ ਸੀ, ਮਤਲਬ ਕੋਈ ਗਦਰ ਲਹਿਰ ਹੈ, ਕੋਈ ਜਿਹਦਾ ਮਤਲਬ ਜੋ ਉਹ ਪਾਰਟੀ ਬਣੀ ਹੋਈ ਹੈ ਤਾਂ ਉਹਦਾ ਖੇਲ ਜਿਹੜਾ ਵਿਗੜ ਚੁੱਕਿਆ ਸੀ। ਬਹੁਤ ਗਹਿਰੇ ਅਫਸੋਸ ਨਾਲ ਬੀਰੀ ਨੇ ਸਾਰੀਆਂ ਗੱਲਾਂ ਸੁਣੀਆਂ। ਤਾਂ ਤੁਸੀਂ ਇਸ ਮਾਮਲੇ ਵਿੱਚ ਭੱਜੇ ਫਿਰਦੇ ਹੋ ਅੱਜ ਕੱਲ੍ਹ, ਮਤਲਬ ਕੋਈ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਗਦਰ ਪਾਰਟੀ ਹੈ, ਜਿਹਨੂੰ ਆਪਾਂ ਅਗਲੇ ਸੈਕਿੰਡ ਭਾਗ ਦੇ ਵਿੱਚ ਆਪਾਂ ਪੂਰਾ ਡਿਟੇਲ ਦੇ ਵਿੱਚ ਪੜ੍ਹਾਂਗੇ ਵੀ ਗਦਰ ਪਾਰਟੀ ਕੀ ਹੈ, ਕਿਹੜੇ ਦੇਸ਼ ਭਗਤ ਹੈ, ਕ੍ਰਾਂਤੀਕਾਰੀ ਬੰਗਾਲੀ ਜਿਹੜੇ ਇਹਨਾਂ ਨਾਲ ਜੁੜੇ ਹੋਏ ਹੈ, ਉਹਦੇ ਬਾਰੇ ਆਪਾਂ ਪੜ੍ਹਾਂਗੇ ਵੀ ਗਦਰ ਲਹਿਰ ਕਿਵੇਂ ਜਨਮ ਹੋਇਆ ਸੀ ਉਹਦਾ, ਅਤੇ ਉਹਦਾ ਕੀ ਉਦੇਸ਼ ਸੀਗਾ, ਉਹ ਆਪਾਂ ਅੱਗੇ ਪੜ੍ਹਾਂਗੇ। ਤਾਂ ਇੱਥੇ ਜਿਹੜਾ ਸੁਦਰਸ਼ਨ ਹੈਗਾ ਉਹ ਦੱਸਦਾ ਵੀ ਕੋਈ ਗਦਰ ਲਹਿਰ ਜਿਹੜੀ ਬਣੀ ਸੀਗੀ ਅੰਗਰੇਜ਼ਾਂ ਦੇ ਵਿਰੁੱਧ ਪਾਰਟੀ, ਮਤਲਬ ਗਦਰ ਪਾਰਟੀ ਬਣੀ ਸੀ ਵੀ ਉਹਦਾ ਖੇਡ ਵਿਗੜ ਚੁੱਕਿਆ, ਮੈਂ ਉਸ ਮਾਮਲੇ 'ਚ ਭੱਜਿਆ ਫਿਰਦਾ। ਤਾਂ ਬੀਰੀ ਨੂੰ ਮਤਲਬ ਬੜਾ ਉੱਥੇ ਜਾ ਕੇ ਸ਼ੌਕ ਹੁੰਦੀ ਆ, ਉਹ ਮਤਲਬ ਉਹਨੂੰ ਬੜੀ ਅਫਸੋਸ ਭਰੀਆਂ ਇਹ ਗੱਲਾਂ ਸੁਣ ਕੇ ਬੜੀ ਉਹ ਪਰੇਸ਼ਾਨ ਹੁੰਦੀ ਹੈ ਵੀ ਉਹਨੂੰ ਫਿਰ ਪਤਾ ਲੱਗ ਜਾਂਦਾ ਵੀ ਜਿਹੜਾ ਸੁਦਰਸ਼ਨ ਹੈ ਵੀ ਉਹ ਇਸ ਮਾਮਲੇ ਵਿੱਚ ਭੱਜਿਆ ਫਿਰਦਾ। ਹਾਂ ਬੀਰੀ, ਇਸ ਮਾਮਲੇ ਵਿੱਚ ਮਾਸਟਰ ਦਲੀਪ ਸਿੰਘ ਪਾਰਟੀ ਲਈ ਕਾਫੀ ਕੰਮ ਕਰ ਰਿਹਾ ਹੈ, ਮਤਲਬ ਜਿਹੜੇ ਮਾਸਟਰ ਕੋਲੇ ਟਿਊਸ਼ਨ ਪੜ੍ਹਦਾ ਹੁੰਦਾ ਭੱਲੋਵਾਲ, ਉਹ ਵੀ ਉਸ ਪਾਰਟੀ ਦੇ ਨਾਲ ਜੁੜਿਆ ਹੋਇਆ ਜਿਹੜਾ ਮਾਸਟਰ ਦਲੀਪ ਸਿੰਘ ਹੈ। ਉਹ ਕਹਿੰਦਾ ਵੀ ਮੈਂ ਅੱਜ ਕੱਲ੍ਹ ਜ਼ਿਆਦਾ ਵਕਤ ਉਹਦੇ ਕੋਲ ਹੀ ਬਿਤਾ ਰਿਹਾ, ਹੁਣ ਵੀ 2 ਰਾਤਾਂ ਉਸੇ ਕੋਲ ਗੁਜ਼ਾਰ ਕੇ ਆ ਰਿਹਾ ਹੈ। ਪਾਰਟੀ ਦਾ ਢਾਂਚਾ ਭਾਵੇਂ ਇਸ ਵੇਲੇ ਉੱਕਾ ਹੀ ਉਖੜ ਪੁਖੜ ਚੁੱਕਾ ਹੈ, ਜਿਹੜਾ ਦੁਬਾਰਾ ਗੰਢਿਆ ਜਾਏਗਾ ਕਿ ਨਹੀਂ ਇਸ ਬਾਰੇ ਕੋਈ ਕੁਛ ਨਹੀਂ ਕਹਿ ਰਿਹਾ, ਪਰ ਪਾਰਟੀ ਦੇ ਮੈਂਬਰਾਂ ਨੂੰ ਹਾਰ ਮੰਨਣੀ, ਕਹਿੰਦੇ ਵੀ ਹਾਰ ਮੰਨਣੀ ਹੈ ਜਿਹੜੀ ਵੀ ਉਹਨਾਂ ਨੇ ਸਿੱਖਿਆ ਨਹੀਂ ਹੈਗਾ, ਉਹਨਾਂ ਨੇ ਦਿਲ ਨਹੀਂ ਛੱਡਣਾ ਹੈਗਾ। ਉਹ ਕਹਿੰਦੇ ਵੀ ਜਿਹੜੀ ਪਾਰਟੀ ਹੈ ਵੀ ਉਹਦੀਆਂ ਕਈ ਨੀਤੀਆਂ ਜਿਹੜੀਆਂ ਉਹ ਫਲੋਪ ਹੋ ਚੁੱਕੀਆਂ, ਵੀ ਪਤਾ ਨਹੀਂ ਕੀ ਹੋਣਾ ਹੈਗਾ, ਪਰ ਜਿਹੜੀ ਪਾਰਟੀ ਦੇ ਮੈਂਬਰ ਹੈ ਉਹ ਪਿੱਛੇ ਨਹੀਂ ਹਟਣਗੇ ਕਦੇ ਵੀ, ਚਾਹੇ ਹਾਰਨ ਚਾਹੇ ਜਿੱਤਣ, ਉਹ ਕਦੇ ਵੀ ਪਿੱਛੇ ਨਹੀਂ ਹਟਣਗੇ। ਸੋ ਸਾਡੀਆਂ ਅੱਜ ਕੱਲ੍ਹ ਦੀਆਂ ਮੁਲਾਕਾਤਾਂ ਅਕਸਰ ਇਸੇ ਕਿਸਮ ਦੀਆਂ ਗੱਲਾਂ ਸੋਚਣ ਲਈ ਹੁੰਦੀਆਂ। ਮਾਸਟਰ ਦਲੀਪ ਸਿੰਘ ਦਾ ਕਹਿਣਾ, ਉਹ ਕਹਿੰਦੇ ਵੀ ਜਲਦੀ ਹੀ ਪਾਰਟੀ ਵਿੱਚ ਕੋਈ ਨਵਾਂ ਕਦਮ ਚੁੱਕਿਆ ਜਾਣ ਦੀ ਉਮੀਦ ਹੈ, ਅਤੇ ਜਿਉਂ ਹੀ ਐਸੀ ਕੋਈ ਵਿਉਂਤ ਤਿਆਰ ਹੋਏਗੀ ਸਾਨੂੰ ਇਸ ਦੇ ਅਮਲ ਲਈ ਕਮਰਕਸ ਕਰਨਾ ਪਊਗਾ। ਉਹ ਕਹਿੰਦੇ ਵੀ ਅਸੀਂ ਦਲੀਪ ਸਿੰਘ ਮਾਸਟਰ ਦੇ ਘਰੇ ਅਸੀਂ ਰਹਿੰਦੇ ਹਾਂ, ਜਿਹੜੇ ਹੋਰ ਵੀ ਮੈਂਬਰ ਜੁੜੇ ਹੋਏ ਆ ਇਸ ਪਾਰਟੀ ਨਾਲ, ਅਤੇ ਸਾਡੀਆਂ ਇਹੀ ਮੁਲਾਕਾਤ ਦੇ ਵਿੱਚ ਮੀਟਿੰਗਾਂ ਹੁੰਦੀਆਂ, ਮਤਲਬ ਕਿ ਅਸੀਂ ਕਿਸ ਤਰੀਕੇ ਨਾਲ ਆਪਦੀ ਜਿਹੜੀ ਅਸੀਂ ਗਦਰ ਪਾਰਟੀ ਹੈ ਜਿਹੜੀ ਫੇਲ ਹੋਣ ਜਾ ਰਹੀ ਹੈ, ਜਿਹਨੂੰ ਕੋਈ ਨੁਕਸਾਨ ਨਾ ਹੋ ਜਾਏ, ਤਾਂ ਅਸੀਂ ਨਵੇਂ ਮਤਲਬ ਨੀਤੀਆਂ ਬਣਾਉਣੇ ਆ।
ਇਹ ਠੀਕ ਹੈ, ਬੀਰੀ ਦੀ ਇੱਧਰ 10ਵੀਂ ਦਾ ਇਮਤਿਹਾਨ ਸਾਡੇ ਸਿਰ 'ਤੇ ਪਹੁੰਚਿਆ ਅਤੇ ਮੈਂ ਕੋਸ਼ਿਸ਼ ਵੀ ਕਰੂੰਗਾ ਇਮਤਿਹਾਨ ਦੇਣ ਦੀ, ਪਰ ਜੇ ਇਸ ਵਿਚਾਲੇ ਕਿਸੇ ਮੁਹਿੰਮ 'ਤੇ ਜਾਣ ਦੀ ਲੋੜ ਪਈ ਤਾਂ ਮੈਨੂੰ ਇਮਤਿਹਾਨ ਦੀ ਪਰਵਾਹ ਨਹੀਂ। ਉਹ ਕਹਿੰਦਾ ਵੀ ਜਿਹੜੀ ਇਹ ਦੇਸ਼ ਦੀ ਜਿਹੜੀ ਕ੍ਰਾਂਤੀਕਾਰੀ ਜਿਹੜੀਆਂ ਇਹ ਲਹਿਰ ਹੈਗੀ ਹੈ, ਇਹਦੇ ਵਿੱਚ ਕਹਿੰਦਾ ਮੈਂ ਪੂਰੀ ਕੋਸ਼ਿਸ਼ ਕਰੂੰਗਾ, ਮਤਲਬ ਉੱਧਰ ਮੇਰਾ ਜ਼ਿਆਦਾ ਧਿਆਨ ਹੈ, ਪਰ ਜੇ ਮੈਨੂੰ ਪੇਪਰ ਵੀ ਛੱਡਣੇ ਪੈ ਗਏ ਤਾਂ ਮੈਂ ਛੱਡ ਦੂੰਗਾ। ਮੈਂ ਆਪਦੇ ਦੇਸ਼ ਲਈ ਮਤਲਬ ਸਭ ਕੁਛ ਕਰ ਸਕਦਾ, ਦੀ ਪੜ੍ਹਾਈ ਵੀ ਛੱਡ ਸਕਦਾ। ਇਸ ਤੋਂ ਬਾਅਦ ਚੋਖਾ ਚਿਰ ਜਿਹੜੀ ਭੈਣ ਭਰਾਵਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ, ਪਰ ਇਹਨਾਂ ਗੱਲਾਂ ਵਿਚਾਲੇ ਇੱਕ ਐਸੀ ਗੱਲ ਦਾ ਜ਼ਿਕਰ ਅਜੇ ਤੱਕ ਨਹੀਂ ਆਇਆ ਸੀ ਜਿਸ ਬਾਰੇ ਬੀਰੀ ਨੂੰ ਸਭ ਤੋਂ ਵੱਧ ਕਾਹਲ ਸੀ। ਸ਼ੇਕੜ ਉਸ ਨੂੰ ਆਪ ਹੀ ਪੁੱਛਣਾ ਪਿਆ, ਅਤੇ ਪਾਪਾ ਜੀ ਸਰਾਬੇ ਬਾਬਤ ਵੀ ਕੁਝ ਪਤਾ ਲੱਗਿਆ, ਉਹ ਅੱਜ ਕੱਲ੍ਹ ਕਿੱਥੇ ਹੈ ਜਾਂ ਕਿਸ ਹਾਲਤ ਵਿੱਚ? ਮਤਲਬ ਕਿਉਂਕਿ ਜਿਹੜੀ ਬੀਰੀ ਹੁੰਦੀ ਆ ਉਹ ਕਰਤਾਰ ਸਿੰਘ ਸਰਾਭਾ ਨੂੰ ਬਹੁਤ ਪਿਆਰ ਕਰਦੀ ਹੁੰਦੀ, ਉਹਦੀਆਂ ਮੋਟੀਵੇਸ਼ਨਲ ਜਿਹੜੀਆਂ ਲਿਖਤਾਂ ਹੈ, ਕਵਿਤਾਵਾਂ ਉਹਨਾਂ ਨੂੰ ਪੜ੍ਹਦੀ ਹੈ। ਉਹਨੇ ਉਹਨੂੰ ਦੇਖਿਆ ਤਾਂ ਨਹੀਂ ਹੁੰਦਾ, ਮਿਲੀ ਵੀ ਨਹੀਂ ਹੁੰਦੀ, ਪਰ ਉਹਨੂੰ ਪਿਆਰ ਬਹੁਤ ਕਰਦੀ ਆ ਉਹ। ਚੋਰ ਅੱਖ ਨਾਲ ਬੀਰੀ ਦੇ ਚਿਹਰੇ ਵੱਲ ਤੱਕਣ ਤੋਂ ਬਾਅਦ ਸੁਦਰਸ਼ਨ ਨੇ ਇਤਨਾ ਹੀ ਆ ਕੇ ਗੱਲ ਖ਼ਤਮ ਕਰ ਦਿੱਤੀ, ਨਹੀਂ ਅਜੇ ਤੱਕ ਉਸ ਬਾਬਤ ਕੋਈ ਕੁਝ ਨਹੀਂ ਜਾਣਦਾ, ਪਰ ਇਹ ਗੱਲ ਯਕੀਨ ਹੈ ਕਿ ਉਹ ਅਜੇ ਤੱਕ ਫੜਿਆ ਨਹੀਂ ਗਿਆ, ਨਹੀਂ ਤਾਂ ਜ਼ਰੂਰ ਅਖਬਾਰਾਂ ਵਿੱਚ ਛਪ ਚੁੱਕਾ ਹੁੰਦਾ। ਪੰਜਾਬ ਦੀ ਪੁਲਿਸ ਨੇ ਉਸ ਦੀ ਗ੍ਰਿਫਤਾਰੀ ਲਈ 2000 ਰੁਪਏ ਇਨਾਮ ਰੱਖਿਆ ਹੈ। ਬੀਰੀ ਇੱਕਦਮ ਜਿਹੜਾ ਹੌਂਕਾ ਭਰ ਕੇ ਬਹਿ ਗਈ। ਅੱਜ ਗੱਲਾਂ ਸ਼ਾਇਦ ਅਜੇ ਹੋਰ ਵੀ ਬਥੇਰੀਆਂ ਕਰਨ ਵਾਲੀਆਂ ਸਨ, ਪਰ ਅਚਾਨਕ ਹੀ ਇੱਕ ਪ੍ਰਾਹੁਣੇ ਦੀ ਆਮਦ ਤੇ ਇੱਕ ਵਾਰਤਾਲਾਪ ਨੂੰ ਖ਼ਤਮ ਕਰ ਦਿੱਤਾ। ਮਤਲਬ ਕਿ ਜਦੋਂ ਉਹਨੇ ਸਰਾਬੇ ਬਾਰੇ ਪੁੱਛਿਆ ਤਾਂ ਸੁਦਰਸ਼ਨ ਕਹਿੰਦਾ ਵੀ ਉਹਦੇ 'ਤੇ ਤਾਂ ਸਰਕਾਰ ਨੇ ਨਾਮ ਰੱਖਿਆ ਹੋਇਆ ਉਹਨੂੰ ਫੜਨ ਵਾਸਤੇ। ਜਦੋਂ ਬੀਰੀ ਨੂੰ ਇਹ ਚੀਜ਼ ਪਤਾ ਲੱਗਦੀ ਤਾਂ ਇੱਕੋ ਦਮ ਹੀ ਮਤਲਬ ਉਹ ਸ਼ੌਕ ਹੋ ਜਾਂਦੀ ਹੈ ਅਤੇ ਬੈਠ ਜਾਂਦੀ ਹੈ। ਉਸ ਤੋਂ ਬਾਅਦ ਉਹਨਾਂ ਦੇ ਘਰੇ ਇੱਕੋ ਦਮ ਕੋਈ ਪ੍ਰਾਹੁਣਾ ਆਉਂਦਾ ਅਤੇ ਉਹ ਜਦੋਂ ਉਹਨੂੰ ਜਿਹੜੀਆਂ ਉਹਨਾਂ ਦੀਆਂ ਗੱਲਾਂ ਉੱਥੇ ਹੀ ਰਹਿ ਜਾਂਦੀਆਂ ਅਤੇ ਉਹਨਾਂ ਦਾ ਜਿਹੜੀ ਵਾਰਤਾਲਾਪ ਹੈ ਖ਼ਤਮ ਹੋ ਜਾਂਦੀ ਹੈ। ਸੋ ਜਿਹੜੀ ਅੱਗੇ ਕੌਣ ਉਹਨਾਂ ਦੇ ਘਰੇ ਆਉਂਦਾ ਉਹ ਆਪਾਂ ਅਗਲੇ 10ਵੇਂ ਕਾਂਡ ਦੇ ਵਿੱਚ ਪੜ੍ਹਾਂਗੇ। ਸੋ ਇਹਦੇ ਵਿੱਚ ਇੰਨਾ ਹੀ ਸੀ। ਸੁਦਰਸ਼ਨ ਅਤੇ ਬੀਰੀ ਦੇ ਵਿਚਕਾਰ ਜਿਹੜੀ ਗੱਲਬਾਤ ਹੁੰਦੀ ਹੈ, ਇੱਕ ਗਦਰ ਪਾਰਟੀ ਹੈ ਜਿਹੜੀ ਅੰਗਰੇਜ਼ਾਂ ਦੇ ਵਿਰੁੱਧ ਬਣੀ ਹੋਈ ਹੈ, ਜਿਹਦੇ ਵਿੱਚ ਕਰਤਾਰ ਸਿੰਘ ਸਰਾਭੇ ਵਰਗੇ ਅਨੇਕਾਂ ਜਿਹੜੇ ਦੇਸ਼ ਭਗਤ ਨੇ ਅਤੇ ਉਹ ਜੁੜੇ ਹੋਏ ਆ, ਅਤੇ ਇਹਨਾਂ ਦਿਨਾਂ ਦੇ ਵਿੱਚ ਉਹ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਫੇਲ ਹੋ ਗਈਆਂ ਹੁੰਦੀਆਂ ਜਾ ਰਹੀਆਂ, ਅਤੇ ਸੁਦਰਸ਼ਨ ਉਸ ਪਾਰਟੀ ਦੇ ਨਾਲ ਜੁੜਿਆ ਹੋਇਆ ਅਤੇ ਬੀਰੀ ਨੂੰ ਉਹ ਸਾਰੀ ਜਿਹੜੀ ਗੱਲ ਹੈ ਦੱਸ ਦਿੰਦਾ। ਸੋ ਆਸ ਕਰਦੇ ਹਾਂ ਤੁਹਾਨੂੰ ਇਸ ਪਾਠ ਨਾਲ ਜੁੜੀ ਹੋਈ ਕਾਫੀ ਜਾਣਕਾਰੀ ਜਿਹੜੀ ਮਿਲ ਗਈ ਹੋਊਗੀ। ਧੰਨਵਾਦ।